ਇਸ ਲਈ ਤੁਹਾਡਾ ਸਵਾਗਤ ਹੈ ਕਿ ਇਹ ਇੰਟੀਗਰਲ ਕੈਲਕੂਲਸ ਡਬਲ ਇੰਟੀਗਰੇਲਸ ਤੇ ਲੈਕਚਰ ਨੰਬਰ 29 ਹੈ ਅਤੇ ਵਿਸ਼ੇਸ਼ ਤੌਰ ਤੇ ਇਸ ਲੈਕਚਰ ਵਿੱਚ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਲਈ ਸਿਰਫ ਪਿਛਲੇ ਲੈਕਚਰ ਤੋਂ ਯਾਦ ਕਰਨ ਲਈ ਅਸੀਂ ਕੁਝ ਸਧਾਰਨ ਜਿਓਮੈਟਰੀ ਵਿੱਚੋਂ ਲਾਂਘੇ ਹਾਂ ਅਤੇ ਉਦਾਹਰਣ ਵਜੋਂ ਜੇ ਤੁਸੀਂ ਫੰਕਸ਼ਨ f(x) ਦਾ ਆਇਤਾਕਾਰ ਡੋਮੇਨ ਲੈਂਦੇ ਹੋ ਤਾਂ ਇਹ ਇੰਟੀਗਰਲ ਡਬਲ ਇੰਟੀਗਰਲ ਜਿਸ ਦਾ ਅਸੀਂ ਮੁਲਾਂਕਣ ਕਰ ਸਕਦੇ ਹਾਂ। ਸਿੰਗਲ ਇੰਟੀਗਰਲਸ ਨੂੰ 2 ਟਾਈਮਸ ਦੁਹਰਾਉਂਦੇ ਹੋਏ ਜਾਂ ਤਾਂ ਅਸੀਂ ਇਸ ਫੰਕਸ਼ਨ ਨੂੰ ਇਸ dx ਤੇ ਇੰਟੀਗਰੇਟ ਕਰ ਸਕਦੇ ਹਾਂ ਅਤੇ x ਲਈ ਲਿਮਿਟ a ਤੋਂ b ਤੱਕ ਜਾਏਗੀ। ਇਸ ਲਈ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਪਹਿਲਾਂ x ਸਿੰਗਲ ਇੰਟੀਗਰਲ ਦਾ ਮੁਲਾਂਕਣ ਕਰੋ ਅਤੇ ਇਹ y ਦਾ ਫੰਕਸ਼ਨ ਹੋਵੇਗਾ ਜਿਸਨੂੰ ਏਕੀਕ੍ਰਿਤ ਕੀਤਾ ਜਾ ਸਕਦਾ ਹੈ ਅਤੇ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਦੂਜਾ ਸਟੈਪ ਹੈ। ਇਸ ਲਈ y ਦੀਆਂ ਸੀਮਾਵਾਂ c ਤੋਂ d ਤੱਕ ਹੋਣਗੀਆਂ। ਅਸੀਂ ਇੱਥੇ ਆਰਡਰ ਨੂੰ ਬਦਲ ਸਕਦੇ ਹਾਂ, ਮਤਲਬ ਕਿ ਅਸੀਂ ਪਹਿਲਾਂ y ਦੇ ਸੰਬੰਧ ਵਿੱਚ ਇੰਟੀਗਰਲ ਦਾ ਮੁਲਾਂਕਣ ਕਰ ਸਕਦੇ ਹਾਂ ਜਿੱਥੇ y ਦੀਆਂ ਸੀਮਾਵਾਂ c ਤੋਂ d ਤੱਕ ਜਾਣਗੀਆਂ ਅਤੇ ਫਿਰ ਦੇ ਅਖੀਰ ਵਿੱਚ ਅਸੀਂ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਸਿੰਗਲ ਇੰਟੀਗਰਲ ਦਾ ਮੁਲਾਂਕਣ ਕਰ ਸਕਦੇ ਹਾਂ ਅਤੇ ਉਸ ਸਥਿਤੀ ਵਿੱਚ ਲਿਮਿਟ a ਤੋਂ b ਹੋਵੇਗਾ। ਅਸੀਂ ਕੁਝ ਹੋਰ ਡੋਮੇਨ ਵੀ ਦੇਖੇ ਹਨ। ਇਸ ਲਈ ਉਦਾਹਰਣ ਲਈ ਇਹ ਡੋਮੇਨ y ਦੀ ਦਿਸ਼ਾ ਵਿੱਚ ਫੰਕਸ਼ਨ v1 ਅਤੇ v2 ਨਾਲ ਬਾਉਂਡਡ ਹੈ ਅਤੇ y ਦੀ ਇਸ ਦਿਸ਼ਾ ਵਿੱਚ ਸਾਡੇ ਕੋਲ ਇਕੋਨਸਟੈਂਟ ਸੀਮਾਵਾਂ ਹਨ। x ਤੋਂ a ਦੇ ਇਕੁਅਲ ਬਰਾਬਰ x b ਦੇ ਇਕੁਅਲ ਹੈ। ਇਸ ਲਈ ਇਸ ਸਥਿਤੀ ਵਿੱਚ ਸਾਡੇ ਕੋਲ ਹੁਣ ਸੰਭਾਵਨਾ ਹੈ ਕਿ ਸਾਨੂੰ ਪਹਿਲਾਂ ਇੰਟੀਗਰੇਟ ਕਰਨਾ ਚਾਹੀਦਾ ਹੈ ਜਾਂ ਇਹ ਸੁਵਿਧਾਜਨਕ ਹੈ ਜਾਂ y ਦੀ ਦਿਸ਼ਾ ਵਿੱਚ ਪਹਿਲਾਂ ਇੰਟੀਗਰੇਟ ਕਰਨਾ ਸੌਖਾ ਹੈ। ਅਤੇ y a ਦੀ ਲਿਮਿਟ v1 x ਤੋਂ ਇਸ y2 x ਤੱਕ ਹੋਵੇਗੀ ਅਤੇ ਫਿਰ x ਦੀ ਲਿਮਿਟ ਲਈ ਸਾਡੇ ਕੋਲ a ਤੋਂ b ਹੋਵੇਗਾ। ਇਸ ਲਈ ਇਸ ਸਥਿਤੀ ਵਿੱਚ ਇਹ ਡਬਲ ਇੰਟੀਗਰਲ ਪਹਿਲਾ ਅੰਦਰੂਨੀ ਹੋਵੇਗਾ। ਇਸ ਲਈ y ਇਕੁਅਲ ਬਰਾਬਰ ਲਿਮਿਟਸ ਜਿਵੇਂ ਕਿ I ਕਿਹਾ ਸੀ v1 x ਤੋਂ ਇਸ v2 x ਤੱਕ ਹੋਣਗੀਆਂ ਅਤੇ ਬਾਅਦ ਵਿੱਚ ਜਾਂ ਇਸ ਤੇ ਅਤੇ ਅਸੀਂ ਇਸ ਨੂੰ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੰਟੀਗਰੇਟ ਕਰ ਸਕਦੇ ਹਾਂ ਲਿਮਿਟਸ a ਤੋਂ b ਤੱਕ ਹੋਣਗੀਆਂ। ਜਾਂ ਉਦਾਹਰਣ ਵਜੋਂ ਸਾਡੇ ਕੋਲ ਇਹ ਡੋਮੇਨ ਹੈ। ਇਸ ਲਈ ਇਸ ਕੇਸ ਵਿੱਚ ਸਾਡੇ ਕੋਲ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਪਹਿਲਾਂ ਇੰਟੀਗਰੇਸ਼ਨ ਤੇ ਕੰਸੀਡਰ ਕਰਨ ਲਈ ਹੈ ਕਿਉਂਕਿ x ਲਈ ਇਹਨਾਂ ਵੇਰੀਏਬਲ ਸੀਮਾਵਾਂ ਨੂੰ ਸੈੱਟ ਕਰਨਾ ਆਸਾਨ ਹੈ। ਇਸ ਲਈ x ਦੀ ਲਿਮਿਟ y1 y ਤੋਂ v2 y ਹੋਵੇਗੀ ਅਤੇ ਫਿਰ ਦੂਜਾ ਸਟੈਪ ਅਸੀਂ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੰਟੀਗਰੇਸ਼ਨ ਕਰਾਂਗੇ। ਇਸ ਲਈ ਇੱਥੇ ਸਾਡੇ ਕੋਲ ਅੰਦਰੂਨੀ ਹਿੱਸੇ ਨੂੰ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੰਟੀਗਰਲ ਹੋਵੇਗਾ v1 y ਤੋਂ v2 y ਅਤੇ ਬਾਹਰੀ c ਤੋਂ d ਤੱਕ ਸੀਮਾਵਾਂ ਹੋਣਗੀਆਂ। ਇਸ ਲਈ ਇਹਨਾਂ ਸਧਾਰਨ ਕੇਸਾਂ ਲਈ ਅਸੀਂ ਵੇਖਿਆ ਹੈ ਜਦੋਂ ਸਾਡੇ ਕੋਲ ਆਇਤਾਕਾਰ ਡੋਮੇਨ ਹੈ ਇਹ ਬਹੁਤ ਸੌਖਾ ਹੈ ਕਿ ਅਸੀਂ ਲਿਮਿਟਸ ਨੂੰ ਇੰਟਰਚੇਂਜ ਸਕਦੇ ਹਾਂ ਭਾਵੇਂ ਅਸੀਂ ਪਹਿਲਾਂ x ਦੇ ਸੰਬੰਧ ਵਿੱਚ ਕੰਪਿਊਟ ਕਰੀਏ ਜਾਂ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਸਾਡੇ ਕੋਲ ਅਜਿਹੇ ਇਹ ਡੋਮੇਨ ਹੁੰਦੇ ਹਨ ਉਦਾਹਰਣ ਵਜੋਂ ਇਸ ਚਿੱਤਰ ਵਿੱਚ ਜਾਂ ਦੂਜੇ ਵਿੱਚ ਤਾਂ ਸਾਨੂੰ ਵੇਖਣਾ ਚਾਹੀਦਾ ਹੈ ਕਿ ਕਿਹੜਾ ਸੁਵਿਧਾਜਨਕ ਹੈ। ਇਸ ਲਈ ਪਹਿਲੇ ਇੱਕ ਵਿੱਚ ਸਾਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਸਾਨੂੰ ਪਹਿਲਾਂ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਅਤੇ ਫਿਰ y ਦੇ ਸੰਬੰਧ ਵਿੱਚ ਨਾਲ ਇੰਟੀਗਰੇਟ ਕਰਨਾ ਚਾਹੀਦਾ ਹੈ ਜਦੋਂ ਕਿ ਦੂਜਾ ਕੇਸ ਵਿੱਚ ਤੋਂ ਪਹਿਲਾਂ ਨੂੰ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਅਤੇ ਫਿਰ y ਦੇ ਸੰਬੰਧ ਵਿੱਚ ਇੰਟੀਗਰੇਟ ਕਰਨਾ ਬਹੁਤ ਜ਼ਿਆਦਾ ਸੁਵਿਧਾਜਨਕ ਹੈ। ਇਸ ਲਈ ਇਹ ਸਥਿਤੀ ਹੈ ਜਿੱਥੇ ਅਸੀਂ ਇੱਥੇ ਆਰਡਰ ਦੀ ਸਹੂਲਤ ਨੂੰ ਵੇਖ ਸਕਦੇ ਹਾਂ। ਪਰ ਇੰਟੀਗਰਲ ਦੇ ਆਧਾਰ ਤੇ ਹੋਰ ਕਾਰਨ ਹੋਣਗੇ ਅਤੇ ਉਹ ਜੋ ਇੰਟੀਗਰਲ ਹੈ ਭਾਵੇਂ y ਦੇ ਸੰਬੰਧ ਵਿੱਚ ਆਸਾਨ ਜਾਂ ਸੰਭਵ ਜਾਂ ਸੁਵਿਧਾਜਨਕ ਜਾਂ ਪਹਿਲਾਂ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇਸ ਲਈ ਕਿ ਇੱਥੇ ਚਰਚਾ ਹੋਵੇਗੀ। ਇਸ ਲਈ ਉਦਾਹਰਣ ਦੇ ਲਈ ਸਾਡੇ ਕੋਲ ਹੈ। ਇਸ ਲਈ ਇੱਥੇ ਪ੍ਰਸ਼ਨ ਹੈ ਕਿ ਅਸੀਂ ਆਰਡਰ ਨੂੰ ਕਿਉਂ ਬਦਲਦੇ ਹਾਂ। ਇਸ ਲਈ ਇੱਕ ਕਾਰਨ ਜੋ ਇਸ ਉਦਾਹਰਣ ਤੋਂ ਬਹੁਤ ਸਪਸ਼ਟ ਹੋ ਜਾਵੇਗਾ ਕਿ ਮੰਨ ਲਓ ਕਿ ਸਾਡੇ ਕੋਲ ਅੰਦਰੂਨੀ ਇੱਕ x ਦੇ ਸੰਬੰਧ ਵਿੱਚ ਇਸ x ਸਕੁਏਅਰ ਪਲੱਸ y ਸਕੁਏਅਰ ਤੇ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੰਟੀਗਰਲ ਹੈ ਅਤੇ x ਲਈ ਸੀਮਾਵਾਂ y ਤੋਂ a ਤੱਕ ਗੋਜ਼ ਹਨ। ਇਸ ਲਈ x ਇਕੁਅਲ ਬਰਾਬਰ y ਹੁੰਦਾ ਹੈ x ਅੰਦਰੂਨੀ ਇੰਟੀਗਰਲ ਦੀ ਲਿਮਿਟ ਦੇ ਇਕੁਅਲ ਬਰਾਬਰ ਹੁੰਦਾ ਹੈ ਅਤੇ ਬਾਹਰੀ ਇੱਕ ਹਿੱਸੇ ਲਈ ਸਾਡੇ ਕੋਲ y 0 ਤੋਂ y ਦੇ ਇਕੁਅਲ ਬਰਾਬਰ ਹੁੰਦਾ ਹੈ ਜੋ a ਦੇ ਇਕੁਅਲ ਬਰਾਬਰ ਹੈ। ਪ੍ਰਸ਼ਨ ਹੁਣ ਇਹ ਹੈ ਕਿ ਜੇ ਅਸੀਂ ਇੱਥੇ ਦਿੱਤੇ ਗਏ ਆਰਡਰ ਵਿੱਚ ਪਹਿਲਾਂ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੰਟੀਗਰੇਟ ਕਰਦੇ ਹਾਂ ਤਾਂ ਕੀ ਡਿਫਰੈਂਸ਼ੀਏਟ ਕਰਦੇ ਹਾਂ ਫਿਰ ਕੀ ਹੋਵੇਗਾ। ਸਾਨੂੰ ਇੱਥੇ ਇੰਟੀਗਰੈਂਡ ਵਿੱਚ ਇੱਕ ਕਰਕੇ 2 ਦੀ ਤਰ੍ਹਾਂ ਕੰਸੀਡਰ ਕਰਨਾ ਚਾਹੀਦਾ ਹੈ ਅਤੇ ਫਿਰ ਸਾਡੇ ਕੋਲ 2x ਓਵਰ x ਸਕੁਏਅਰ ਪਲੱਸ y ਸਕੁਏਅਰ ਹਨ। ਇਹ ਸਾਡਾ ਇੰਟੀਗਰੈਂਡ ਹੈ।
ਅਤੇ ਫਿਰ ਸਾਡੇ ਕੋਲ x ਦੇ ਸੰਬੰਧ ਵਿੱਚ ਤੋਂ y ਤੋਂ a ਅਤੇ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ 0 ਤੋਂ a ਦੇ ਇੰਟੀਗਰਲ ਹੈ। ਸਾਡੇ ਕੋਲ dx dy ਹੈ, ਇਸ ਲਈ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇਹ ਲਘੂਗਣਕ ਫੰਕਸ਼ਨ ਹੋਣਗੇ, ਇਸ ਲਈ ਸਾਡੇ ਕੋਲ ਇਸ ਦੇ x ਸਕੁਏਅਰ ਪਲਸ y ਸਕੁਏਅਰ ਦਾ ln ਦੇ ਅੱਧੇ ਦਾ ਇੰਟੀਗਰਲ ਹੋਵੇਗਾ। ਅਤੇ ਫਿਰ ਸਾਨੂੰ ਹੁਣ x ਤੋਂ y ਤੱਕ a ਅਤੇ ਫਿਰ ਬਾਹਰੀ ਇੱਕ 0 ਤੋਂ ਲਈ ਸੀਮਾਵਾਂ ਲਗਾਉਣੀਆਂ ਪੈਣਗੀਆਂ ਅਤੇ dy ਹੋਵੇਗੀ। ਇਸ ਲਈ ਇਹ ਹੁਣ y ਦਾ ਫੰਕਸ਼ਨ ਬਣ ਜਾਏਗਾ ਜੋ ਕਿ ln ਇੱਕ ਸਕੁਏਅਰ ਪਲਸ y ਸਕੁਏਅਰ ਹੋਵੇਗਾ ਅਤੇ ਫਿਰ ਇੱਥੇ ਇਸ ਦੇ ਨਾਲ y ਸਕੁਏਅਰ ਦੇ ਨਾਲ ਮਾਈਨਸ ln a ਵੀ ਹੋਵੇਗਾ। ਇਸ ਲਈ ਪੁਆਇੰਟ ਹੁਣ ਇਸ ਫੰਕਸ਼ਨ ਨੂੰ ਲਘੂਗਣਕ ਫੰਕਸ਼ਨ ਇੱਕ ਸਕੁਏਅਰ ਪਲਸ ਇਸ y ਸਕੁਏਅਰ ਇਸ ln 2y ਸਕੁਏਅਰ ਦੇ ਉੱਪਰ ਏਕੀਕ੍ਰਿਤ ਕਰਨ ਵਿੱਚ ਡਿਫਰੈਂਸ਼ੀਏਟ ਕਰਦਾ ਹੈ। ਬਹੁਤ ਮੁਸ਼ਕਲ ਹੈ, ਪਰ ਅਸੀਂ ਇੱਥੇ ਕੀ ਸਮਝਾਂਗੇ ਜੇ ਅਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਦੇ ਹਾਂ ਤਾਂ ਇਹ ਕੰਪਿਊਟ ਕਰਨਾ ਬਹੁਤ ਸੌਖਾ ਹੋ ਜਾਵੇਗਾ। ਇਸ ਲਈ ਜੇ ਤੁਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਦੇ ਹੋ ਤਾਂ ਪਹਿਲਾ ਸਟੈਪ ਹਮੇਸ਼ਾ ਰਹੇਗਾ ਕਿ ਸਾਨੂੰ ਇੰਟੀਗ੍ਰੇਸ਼ਨ ਦੇ ਡੋਮੇਨ ਦੇ ਨੂੰ ਸਕੈਚ ਕਰਨਾ ਪਏਗਾ। ਇਸ ਲਈ ਇਸ ਸਥਿਤੀ ਵਿੱਚ ਇਸ ਕੇਸ ਵਿੱਚ ਜਦੋਂ ਸਾਡੇ ਕੋਲ ਇਹ ਹੁੰਦਾ ਹੈ ਤਾਂ ਆਓ ਇਹ ਦੱਸੀਏ ਕਿ ਇਹ x ਧੁਰਾ ਹੈ ਅਤੇ ਸਾਡੇ ਕੋਲ ਇਹ y ਧੁਰਾ ਹੈ। ਇਸ ਲਈ ਅੰਦਰੂਨੀ ਇੱਕ ਦੀ ਇਹ ਲਿਮਿਟ x ਤੋਂ y ਦੇ ਬਰਾਬਰ ਗੋਜ਼ ਹੈ, ਇਸ ਲਈ ਇਹ ਇੱਥੇ xy ਦੇ ਇਕੁਅਲ ਬਰਾਬਰ ਲਾਈਨ ਹੈ ਅਤੇ ਇਹ ਅੰਦਰੂਨੀ ਇੰਟੀਗਰਲ ਵਿੱਚ x ਤੋਂ y ਦੇ ਇਕੁਅਲ ਬਰਾਬਰ ਦੀ ਕੋਨਸਟੈਂਟ ਲਿਮਿਟ a ਹੈ। ਇਸ ਲਈ x y ਤੋਂ ਗੋਜ਼ ਹੈ, ਇਸ ਲਈ ਇਸ ਲਾਈਨ ਤੋਂ ਆਰੰਭ ਹੁੰਦਾ ਹੈ ਅਤੇ a ਤੱਕ ਜਾਂਦਾ ਹੈ। ਇਸ ਲਈ ਆਓ ਇਹ ਦੱਸੀਏ ਕਿ ਇਹ ਇੱਥੇ ਪੁਆਇੰਟ a ਹੈ। ਇਸ ਲਈ ਇਹ x a ਦੇ ਇਕੁਅਲ ਹੈ ਅਤੇ ਸੁਭਾਵਕ ਰੂਪ ਨਾਲ ਇਹ ਵੀ ਹੈ, ਫਿਰ y a ਪੁਆਇੰਟ ਦੇ ਇਕੁਅਲ ਬਰਾਬਰ ਹੈ। ਇਸ ਲਈ ਇੱਥੇ ਇਹ ਲਿਮਿਟ x y ਤੋਂ ਗੋਜ਼ ਹੈ, ਇਸ ਲਈ ਇਹ ਲਾਈਨ ਤੋਂ ਇਸ ਪੁਆਇੰਟ x a ਦੇ ਇਕੁਅਲ ਬਰਾਬਰ ਹੈ। ਇਸ ਲਈ ਇਹ ਸਾਡੇ ਕੇਸ ਵਿੱਚ ਹੁਣ ਇੰਟੀਗ੍ਰੇਸ਼ਨ ਦਾ ਡੋਮੇਨ ਹੈ। ਅਤੇ ਜੇ ਤੁਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਹ ਅੰਕੜਾ ਹੁਣ ਬਹੁਤ ਮਦਦਗਾਰ ਹੋਵੇਗਾ। ਇਸ ਲਈ ਜੋ ਸਾਡੇ ਕੋਲ ਹੋਣ ਜਾ ਰਿਹਾ ਹੈ, ਸਾਡੇ ਕੋਲ ਸੁਭਾਵਕ ਰੂਪ ਨਾਲ ਉਹੀ ਇੰਟੀਗਰੈਂਡ ਹੋਣ ਜਾ ਰਹੇ ਹਨ ਅਤੇ ਫਿਰ ਇੱਥੇ dy ਅਤੇ dx ਆਰਡਰ ਬਦਲੇਗਾ। ਇਸ ਲਈ ਪਹਿਲਾਂ ਸਾਨੂੰ y ਦੀ ਲਿਮਿਟ ਨਿਰਧਾਰਤ ਕਰਨੀ ਪਏਗੀ। ਇੱਥੇ ਇਸ ਲਈ y ਦੀ ਲਿਮਿਟ ਲਈ ਹੁਣ ਅਸੀਂ y ਦਿਸ਼ਾ ਵਿੱਚ ਇਹ ਲਾਈਨ ਵਿੱਚੋਂ ਲੰਘਾਂਗੇ ਅਤੇ ਵੇਖਾਂਗੇ ਕਿ ਇਹ ਕਿੱਥੇ ਦਾਖਲ ਹੁੰਦਾ ਹੈ ਅਤੇ ਇਹ ਡੋਮੇਨ ਨੂੰ ਕਿੱਥੇ ਛੱਡਦਾ ਹੈ। ਇਸ ਲਈ ਇਹ ਹਮੇਸ਼ਾ ਪੂਰੇ ਡੋਮੇਨ ਨੂੰ ਕਵਰ ਕਰਨ ਲਈ ਇੱਥੇ ਦਾਖਲ ਹੋ ਰਿਹਾ ਹੈ। ਇਹ ਇਸ y ਤੇ ਦਾਖਲ ਹੋ ਰਿਹਾ ਹੈ, 0 ਦੇ ਇਕੁਅਲ ਹੈ, ਇਸ ਲਈ ਇੱਥੇ ਲਿਮਿਟ 0 ਦੇ ਇਕੁਅਲ ਬਰਾਬਰ y ਵਰਗੀ ਹੋਵੇਗੀ ਅਤੇ ਇਹ ਡੋਮੇਨ ਨੂੰ ਇਕੁਅਲ ਬਰਾਬਰ ਇਸ ਲਾਈਨ ਤੇ ਛੱਡ ਰਹੀ ਹੈ ਜਿੱਥੇ y x ਦੇ ਇਕੁਅਲ ਬਰਾਬਰ ਹੈ। ਇਸ ਲਈ y ਤੋਂ 0 ਦੇ ਇਕੁਅਲ ਬਰਾਬਰ ਇਸ y ਦੇ x ਦੇ ਇਕੁਅਲ ਬਰਾਬਰ ਹੈ ਅਤੇ x ਦੀ ਲਿਮਿਟ ਲਈ ਇਸ ਤੋਂ ਹੋਵੇਗੀ ਇਹ x 0 ਤੋਂ x ਦੇ ਇਕੁਅਲ ਬਰਾਬਰ ਹੈ, ਇਕੁਅਲ ਬਰਾਬਰ ਇਹ x a ਦੇ ਇਕੁਅਲ ਬਰਾਬਰ ਹੈ। ਇਸ ਲਈ x 0 ਤੋਂ a ਦੇ ਇਕੁਅਲ ਬਰਾਬਰ ਹੈ। ਇਸ ਲਈ ਇਸ ਤਰ੍ਹਾਂ ਅਸੀਂ ਹੁਣ ਸੀਮਾਵਾਂ ਨੂੰ ਬਦਲ ਦਿੱਤਾ ਹੈ। x 0 ਤੋਂ a ਅਤੇ y ਤੱਕ ਇਸ 0 ਤੋਂ x ਤੱਕ ਗੋਜ਼ ਹੈ ਅਤੇ ਹੁਣ ਅਸੀਂ ਇਸ ਨੂੰ ਇੰਟੀਗ੍ਰੇਟ ਕਰ ਸਕਦੇ ਹਾਂ ਕਿਉਂਕਿ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਜਦੋਂ ਅਸੀਂ ਇਸ ਨੂੰ ਇੰਟੀਗ੍ਰੇਟ ਕਰਦੇ ਹਾਂ ਤਾਂ ਇਹ ਬਹੁਤ ਸੌਖਾ ਹੋਣ ਜਾ ਰਿਹਾ ਹੈ। ਸਾਡੇ ਕੋਲ ਇਹ ਹੈ x ਕੋਨਸਟੈਂਟ ਹੈ, ਇਸ ਲਈ 1 ਤੋਂ ਵੱਧ x ਸਕੁਏਅਰ ਪਲਸ y ਸਕੁਏਅਰਡ ਮਿਆਦ ਹੈ। ਇਸ ਲਈ ਆਓ ਅਸੀਂ ਸਿਰਫ ਇੱਥੋਂ ਲੰਘੀਏ ਤਾਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣ ਤੋਂ ਬਾਅਦ ਸਾਡੇ ਕੋਲ ਹੁਣ ਕੀ ਹੈ। ਸਾਡੇ ਕੋਲ ਇਹ y 0 ਤੋਂ x ਤੇ ਗੋਜ਼ ਅਤੇ x ਤੋਂ a ਤੇ ਗੋਜ਼ ਹੈ। ਇਸ ਲਈ ਪਹਿਲਾਂ ਅੰਦਰੂਨੀ ਇੱਕ ਨੂੰ ਇੰਟੀਗ੍ਰੇਟ ਕਰਦੇ ਹੋਏ ਇਸ ਲਈ ਅਸੀਂ ਬਾਹਰਲੇ ਨੂੰ ਠੀਕ ਕਰਦੇ ਹਾਂ। ਇਸ ਲਈ x ਨੂੰ 0 ਤੋਂ a ਅਤੇ ਅੰਦਰੂਨੀ ਲਈ ਅਸੀਂ ਹੁਣ ਇੰਟੀਗ੍ਰੇਟ ਕਰ ਸਕਦੇ ਹਾਂ। ਇਸ ਲਈ x ਸਕੁਏਅਰ ਪਲਸ y ਸਕੁਏਅਰ ਤੇ 1 x ਅਤੇ ਦੇਵੇਗਾ ਤਾਂ x ਅਤੇ tan y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਨੂੰ x ਤੇ ਇਨਵਰਸ ਕਰੋ ਅਤੇ ਫਿਰ ਸਾਡੇ ਕੋਲ y ਲਈ 0 ਤੋਂ x ਅਤੇ ਬਾਹਰੀ ਇੰਟੀਗਰਲ x ਲਈ ਲਿਮਿਟਸ ਹਨ। ਇਸ ਲਈ ਇਹ x ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ x ਦੇ ਉੱਪਰ tan ਇਨਵਰਸ y ਹੈ ਜੋ ਕਿ 0 ਤੋਂ a ਹੋਵੇਗੀ। ਇਸ ਲਈ tan ਉੱਪਰਲੀ ਲਿਮਿਟ ਦੇ ਇਨਵਰਸ ਹੋਵੇਗਾ ਜਦੋਂ ਅਸੀਂ tan ਨੂੰ ਇਨਵਰਸ 1 ਰੱਖਦੇ ਹਾਂ ਜੋ π/4 - a tan ਇਨਵਰਸ y 0 ਇਸ ਲਈ tan ਇਨਵਰਸ 0 ਹੋਵੇਗਾ ਅਤੇ ਫਿਰ ਇਹ dx। ਇਸ ਲਈ ਸਾਡੇ ਕੋਲ ਇੱਥੇ π/4 ਕੀ ਹੈ ਅਤੇ ਫਿਰ ਇਹ ਇੰਟੀਗਰਲ 0 ਤੋਂ 1 dx ਸਿਰਫ x ਹੋਵੇਗਾ ਅਤੇ ਉੱਪਰਲੀ ਲਿਮਿਟ ਸਾਨੂੰ a ਦੇਵੇਗੀ ਤਾਂ ਜੋ ਇੰਟੀਗਰਲ ਦੀ ਵੈਲਿਊ। ਇਸ ਲਈ ਆਰਡਰ ਦਾ ਇਹ ਪਰਿਵਰਤਨ ਬਹੁਤ ਉਪਯੋਗੀ ਸੀ। ਜੇਕਰ ਤੁਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਨਹੀਂ ਬਦਲਦੇ ਤਾਂ ਸਿੱਧੇ ਇੰਟੀਗਰਲ ਨੂੰ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣ ਕੇ ਕੰਪਿਊਟ ਕਰਨਾ ਮੁਸ਼ਕਲ ਸੀ। ਇਹ ਘੱਟ ਮਹੱਤਵਪੂਰਨ ਹੋ ਗਿਆ ਹੈ।
ਅਤੇ ਸਾਨੂੰ ਇਸ ਪਾਈ ਬਾਏ 4a ਦੇ ਰੂਪ ਵਿੱਚ ਵੈਲਿਊ ਮਿਲੀ। ਇਸ ਲਈ ਇਸ ਇੰਟੀਗਰਲ ਦੀ ਵੈਲਿਊ ਪਾਈ ਬਾਏ 4 ਇਨਟੂ a ਹੈ। ਇਸ ਲਈ ਅਸੀਂ ਕੁਝ ਹੋਰ ਸਮੱਸਿਆਵਾਂ ਨੂੰ ਕੰਸੀਡਰ ਕਰਦੇ ਹਾਂ। ਇਸ ਲਈ ਆਓ ਇਸ 0 ਤੋਂ 1 ਤੇ ਚਰਚਾ ਕਰੀਏ ਅਤੇ y x ਸਕੁਏਅਰ ਤੋਂ 2 x ਤੱਕ ਗੋਜ਼ ਹੈ xy dy dx ਅਤੇ ਅਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣਾ ਚਾਹੁੰਦੇ ਹਾਂ ਅਤੇ ਫਿਰ ਅਸੀਂ ਮੁਲਾਂਕਣ ਕਰਨਾ ਚਾਹੁੰਦੇ ਹਾਂ। ਹਾਲਾਂਕਿ ਇਸ ਸਥਿਤੀ ਵਿੱਚ ਸਾਡਾ ਇੰਟੀਗ੍ਰੇਸ਼ਨ ਸਿਰਫ xy ਹੈ, ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਜਾਂ ਤਾਂ ਅਸੀਂ ਪਹਿਲਾਂ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਜਾਂ x ਦੇ ਸੰਬੰਧ ਵਿੱਚ ਡਿਫਰੈਂਸ਼ੀਏਟ ਕਰਾਂਗੇ। ਗੁੰਝਲਤਾ ਦਾ ਪੱਧਰ ਵੱਧ ਜਾਂ ਘੱਟ ਇੱਕੋ ਜਿਹਾ ਹੋਵੇਗਾ। ਇਸ ਲਈ ਦੁਬਾਰਾ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣ ਲਈ ਸਾਨੂੰ ਇਸ ਲਈ ਇਸ ਸਥਿਤੀ ਵਿੱਚ ਇੱਥੇ ਡੋਮੇਨ ਨੂੰ ਸਕੈਚ ਕਰਨਾ ਪਏਗਾ। ਸਾਡੇ ਕੋਲ ਜੋ ਹੈ, ਸਾਡੇ ਕੋਲ ਇਹ x ਧੁਰਾ ਹੈ ਅਤੇ ਸਾਡੇ ਕੋਲ y ਧੁਰਾ ਹੈ ਅਤੇ ਅਸੀਂ ਹੁਣ ਇਸ ਨੂੰ ਖਿੱਚਣਾ ਚਾਹੁੰਦੇ ਹਾਂ। ਇਸ ਲਈ ਇਹ y x ਸਕੁਏਅਰ ਤੋਂ y ਤੱਕ ਗੋਜ਼ ਹੈ ਅਤੇ y ਤੱਕ x ਦੇ ਬਰਾਬਰ ਹੈ। ਇਸ ਲਈ y ਬਰਾਬਰ x ਸਕੁਏਅਰ ਹੈ। ਇਹ ਪੈਰਾਬੋਲਾ ਇੱਥੇ ਹੈ। ਇਸ ਲਈ ਸਾਡੇ ਕੋਲ y x ਸਕੁਏਅਰ ਦੇ ਬਰਾਬਰ ਹੈ ਅਤੇ ਫਿਰ ਸਾਡੇ ਕੋਲ ਲਾਈਨ ਹੈ। ਸਾਡੇ ਕੋਲ ਲਾਈਨ y 2 x ਦੇ ਬਰਾਬਰ ਹੈ। ਇਸ ਲਈ ਜਦੋਂ ਇਹ 0 ਹੈ ਤਾਂ ਕਿਤੇ y 2 ਹੈ ਅਤੇ ਜਦੋਂ ਇਹ y 0 x ਹੈ, ਦੁਬਾਰਾ 2 ਹੋਣਗੇ। ਇਸ ਲਈ ਇਹ ਲਾਈਨ y 2 x ਦੇ ਬਰਾਬਰ ਹੈ। ਇਸ ਲਈ ਇੱਥੇ ਵਿਆਜ ਦਾ ਰੀਜਨ ਹੋਣ ਜਾ ਰਿਹਾ ਹੈ। ਕਿਉਂਕਿ y x ਸਕੁਏਅਰ ਤੋਂ ਗੋਜ਼ ਹੈ, ਇਸ ਲਈ ਇਹ ਪੈਰਾਬੋਲਾ 2 x। ਇਸ ਲਈ ਇਹ ਸਾਡਾ ਇੰਟੀਗ੍ਰੇਸ਼ਨ ਦਾ ਰੀਜਨ ਹੈ। ਅਤੇ ਹੁਣ ਅਸੀਂ ਆਸਾਨੀ ਨਾਲ ਆਰਡਰ ਨੂੰ ਬਦਲ ਸਕਦੇ ਹਾਂ, ਪਰ ਇਸ ਤੋਂ ਪਹਿਲਾਂ ਕਿ ਸਾਨੂੰ ਇਹ ਪ੍ਰਾਪਤ ਕਰਨ ਦੀ ਲੋੜ ਹੋਵੇ ਕਿ ਇੰਟਰਸੈਕਸ਼ਨ ਦਾ ਇਹ ਪੁਆਇੰਟ ਕੀ ਹੈ। ਇਸ ਲਈ ਇੱਥੇ y ਜੇਕਰ ਅਸੀਂ ਸਕੁਏਅਰ ਰੱਖਦੇ ਹਾਂ ਤਾਂ ਇਹ 2 x ਦੇ ਬਰਾਬਰ ਹੁੰਦਾ ਹੈ ਅਤੇ ਫਿਰ ਸਾਡੇ ਕੋਲ x ਸਕੁਏਅਰ ਪਲੱਸ x ਮਾਈਨਸ 2 ਹਨ, ਜਿਸ ਦਾ ਅਰਥ ਹੈ ਕਿ ਸਾਡੇ ਕੋਲ x ਮਾਈਨਸ ਅਤੇ ਹੈ। ਇਸ ਲਈ x ਪਲੱਸ 2 ਅਤੇ x ਮਾਈਨਸ 1 0 ਦੇ ਬਰਾਬਰ ਹੈ। ਇਸ ਲਈ ਸਾਡੇ ਕੋਲ ਇੱਥੇ x 1 ਦੇ ਬਰਾਬਰ ਪੁਆਇੰਟ ਹੈ ਅਤੇ ਮਾਈਨਸ 2 ਇਸ ਲਈ x 1 ਦੇ ਬਰਾਬਰ ਹੈ। ਇਹ x 1 ਦੇ ਅਤੇ y ਵੀ 1 ਦੇ ਬਰਾਬਰ ਹੈ। ਇਸ ਲਈ ਇਹ ਇੰਟਰਸੈਕਸ਼ਨ ਪੁਆਇੰਟ ਹੈ। ਇੱਥੇ x ਦੀ ਇੱਕ ਵੈਲਿਊ 1 ਹੈ ਅਤੇ y ਦੀ ਵੀ 1 ਹੈ ਅਤੇ ਇੱਥੇ ਇਸ ਪੁਆਇੰਟ ਤੇ y ਦੀ ਵੈਲਿਊ 2 ਹੈ। ਇਸ ਲਈ y 2 ਹੈ ਅਤੇ ਇੱਥੇ x 2 ਅਤੇ y 0 ਹੋਵੇਗਾ। ਇਸ ਲਈ ਸਾਡੇ ਕੋਲ ਸਾਰੇ ਕੋਆਰਡੀਨੇਟ ਹਨ। ਅਸੀਂ ਹੁਣ ਆਰਡਰ ਬਦਲ ਸਕਦੇ ਹਾਂ। ਇਸ ਲਈ ਇਹ 0 ਤੋਂ 1 ਸੀ ਅਤੇ ਹੁਣ ਅਸੀਂ ਆਰਡਰ xy ਅਤੇ dx dy ਲੈਣਾ ਚਾਹੁੰਦੇ ਹਾਂ। ਇਸ ਲਈ ਪਹਿਲਾਂ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ, ਇਸ ਲਈ x ਦੇ ਸੰਬੰਧ ਵਿੱਚ ਸਾਨੂੰ ਇਸ x ਐਕਸਿਸ ਦੇ ਪੈਰਲਲ ਲਾਈਨ ਖਿੱਚਣੀ ਪਵੇਗੀ ਅਤੇ ਇਹ ਦੇਖਣਾ ਪਵੇਗਾ ਕਿ ਇਹ ਕਿੱਥੇ ਦਾਖਲ ਹੁੰਦਾ ਹੈ ਅਤੇ ਡੋਮੇਨ ਨੂੰ ਛੱਡਦਾ ਹੈ। ਇਸ ਲਈ ਇਸ ਸਥਿਤੀ ਵਿੱਚ ਇਹ ਹਮੇਸ਼ਾ ਇਸ x ਬਰਾਬਰ 0 ਲਾਈਨ ਰਾਹੀਂ ਦਾਖਲ ਹੁੰਦਾ ਹੈ। ਤਾਂ ਇੱਥੇ ਸਾਡੇ ਕੋਲ ਲਿਮਿਟ ਵਜੋਂ x ਬਰਾਬਰ 0 ਹੈ ਅਤੇ ਫਿਰ ਸਾਡੇ ਕੋਲ ਇੱਥੇ ਉੱਪਰਲੀ ਲਿਮਿਟ ਹੈ ਜੋ ਕਿ ਇਸ xy ਬਰਾਬਰ 1 ਦੇ ਉੱਪਰ ਹੈ। ਸਾਡੇ ਕੋਲ x ਦੀ ਲਿਮਿਟ ਹਮੇਸ਼ਾ x ਬਰਾਬਰ 0 ਦੁਆਰਾ ਦਾਖਲ ਹੁੰਦੀ ਹੈ ਅਤੇ ਇਸ y ਬਰਾਬਰ x ਸਕੁਏਅਰ ਦੁਆਰਾ ਛੱਡੀ ਜਾਂਦੀ ਹੈ, ਜਿਸ ਦਾ ਮਤਲਬ x ਬਰਾਬਰ ਸਕੁਏਅਰ y ਹੁੰਦਾ ਹੈ। ਇਸ ਲਈ ਇੱਥੇ x ਗੋਜ਼ ਦੇ 0 ਪੈਰਾਬੋਲਾ ਰਾਹੀਂ ਜੋ ਕਿ y ਤੋਂ ਸਕੁਏਅਰ ਹੈ ਅਤੇ ਇਹ y ਪੁਆਇੰਟ ਤੱਕ ਹੈ ਜੋ 1 ਦੇ ਬਰਾਬਰ ਹੈ। ਇਸ ਲਈ y 0 ਤੋਂ 1 ਤੋਂ ਗੋਜ਼ ਹੈ। ਇਸ ਲਈ ਇਸ ਪੁਆਇੰਟ ਤੱਕ ਸਾਡੇ ਕੋਲ ਇਹ ਹੈ ਅਤੇ ਫਿਰ ਸਾਡੇ ਕੋਲ ਇੱਕ ਹੋਰ ਹਿੱਸਾ ਹੋਵੇਗਾ ਕਿਉਂਕਿ ਜਦੋਂ y 1 ਤੋਂ 2 ਤੱਕ ਗੋਜ਼ ਹੈ, ਫਿਰ x ਦੀਆਂ ਸੀਮਾਵਾਂ 0 ਤੋਂ ਇਸ ਲਾਈਨ ਤੱਕ ਹੋਣਗੀਆਂ। ਇਸ ਦਾ ਮਤਲਬ ਹੈ ਕਿ ਇੱਥੇ ਸਾਡੇ ਕੋਲ ਇੱਕ ਹੋਰ ਹਿੱਸਾ ਹੋਵੇਗਾ ਜਦੋਂ y 1 ਤੋਂ 2 ਤੱਕ ਗੋਜ਼ ਹੈ। x ਦੀਆਂ ਸੀਮਾਵਾਂ ਦੁਬਾਰਾ 0 2 ਤੋਂ ਹੋਵੇਗੀ, ਪਰ ਹੁਣ ਇਹ ਲਾਈਨ ਤੋਂ ਬਾਹਰ ਆਵੇਗੀ। ਇਸ ਦਾ ਮਤਲਬ ਹੈ ਕਿ ਉੱਥੇ 2 y ਤੋਂ ਬਾਹਰ ਨਿਕਲਦਾ ਹੈ। ਇਸ ਲਈ ਇਹ 2 y ਅਤੇ ਇੰਟੀਗ੍ਰੇਟ dx dy। ਇਸ ਲਈ ਸਾਡੇ ਕੋਲ ਹੁਣ ਦੋ ਹਿੱਸੇ ਹਨ, ਇੱਕ ਜਿੱਥੇ y 0 ਤੋਂ 1 ਵੱਲ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇੱਥੇ ਇਹ ਡੋਮੇਨ ਅਤੇ ਦੂਸਰਾ ਉਹ ਉੱਪਰਲਾ ਜਿੱਥੇ y 1 ਤੋਂ y ਤੱਕ 1 ਤੋਂ 2 ਹੁੰਦਾ ਹੈ, ਜਿੱਥੇ x 0 ਤੋਂ ਇਹ 2 y ਵੱਲ ਜਾਂਦਾ ਹੈ। ਇਸ ਲਈ ਇੰਟੀਗ੍ਰੇਸ਼ਨ ਦੇ ਇਸ ਆਰਡਰ ਨੂੰ ਬਦਲਣ ਨਾਲ ਸਾਡੇ ਕੋਲ ਇਸ ਦੀ ਇੰਟੀਗਰਲ ਤੱਕ ਦੀ ਇਹ ਸਥਿਤੀ ਹੈ। ਇਸ ਲਈ ਅਸੀਂ ਇਹਨਾਂ ਇੰਟੀਗਰਲ ਦਾ ਵੱਖਰੇ ਤੌਰ ਤੇ ਮੁਲਾਂਕਣ ਕਰਾਂਗੇ ਅਤੇ ਫਿਰ ਅਸੀਂ ਏਕੀਕਰਨ ਦੀ ਵੈਲਿਊ ਪਾ ਸਕਾਂਗੇ। ਇਸ ਲਈ
ਇੱਥੇ ਫਸਟ ਇੰਟੀਗਰਲ ਨੂੰ ਵਿਚਾਰਦੇ ਹੋਏ y 0 ਤੋਂ 1 ਅਤੇ x 0 2 ਤੋਂ ਗੋਜ਼ ਹੈ। ਸਕੁਏਰ ਰੂਟ y ਇਸ ਲਈ ਪਹਿਲਾ ਇੰਟੀਗਰਲ 0 ਤੋਂ 1 ਅਤੇ ਫਿਰ ਇੱਥੇ x y ਦੇ ਸੰਬੰਧ ਵਿੱਚ ਅਤੇ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ। ਜਦੋਂ ਅਸੀਂ x ਨੂੰ ਇੰਟੀਗਰੇਟ ਕਰਦੇ ਹਾਂ ਤਾਂ ਇਹ x ਸਕੁਏਰ y 2 ਹੋਵੇਗਾ ਅਤੇ ਸਾਨੂੰ x 0 2 ਸਕੁਏਰ ਰੂਟ y ਲਈ ਸੀਮਾਵਾਂ ਰੱਖਣੀਆਂ ਪੈਣਗੀਆਂ ਅਤੇ ਇਹ ਇੱਥੇ dy ਹੈ। ਇਸ ਲਈ 1 ਤੋਂ 0 ਅਤੇ ਸਾਡੇ ਕੋਲ y ਬਾਏ 2 x ਸਕੁਏਰ ਦੁਬਾਰਾ y ਬਣ ਜਾਵੇਗਾ ਜਦੋਂ ਅਸੀਂ ਇਹ ਸਕੁਏਰ ਰੂਟ y ਅਤੇ ਮਾਈਨਸ ਨੂੰ 0 ਰੱਖਦੇ ਹਾਂ ਤਾਂ ਸਾਡੇ ਕੋਲ y ਅਤੇ ਇਹ dy ਹੈ। ਇਸ ਲਈ ਸਾਡੇ ਕੋਲ ਅੱਧਾ y ਵਰਗ ਹੈ, ਇਹ 1 ਬਾਏ 3 y ਕਿਊਬ ਹੋਵੇਗਾ ਅਤੇ ਜਦੋਂ ਅਸੀਂ ਲਿਮਿਟ 1 ਨੂੰ ਰੱਖਦੇ ਹਾਂ ਤਾਂ ਇਹ 1 ਅਤੇ ਮਾਈਨਸ 0 ਹੋਵੇਗਾ। ਇਸ ਲਈ ਸਾਨੂੰ ਵੈਲਿਊ 1 ਬਾਏ 6 ਇੱਥੇ ਪ੍ਰਾਪਤ ਹੁੰਦਾ ਹੈ। ਇਸ ਲਈ ਫਸਟ ਇੰਟੀਗਰਲ ਦੀ ਵੈਲਿਊ 1 ਬਾਏ 6 ਹੈ ਅਤੇ ਫਿਰ ਅਸੀਂ ਦੂਜਾ ਇੰਟੀਗਰਲ ਮੁਲਾਂਕਣ ਕਰ ਸਕਦੇ ਹਾਂ। ਦੁਬਾਰਾ, ਇਸ ਲਈ ਇੱਥੇ ਸਾਡੇ ਕੋਲ 1 ਤੋਂ 2 ਤੋਂ dy ਅਤੇ ਦੂਜਾ ਇੰਟੀਗਰਲ x 0 ਤੋਂ 2 ਮਾਈਨਸ y ਹਨ। ਇਸ ਲਈ ਅਸੀਂ ਹੁਣ x ਲਈ ਏਕੀਕ੍ਰਿਤ ਕਰ ਰਹੇ ਹਾਂ। x ਸਕੁਏਰ ਬਾਏ 2 ਹੋਵੇਗਾ ਅਤੇ ਸੀਮਾਵਾਂ 0 ਤੋਂ 2 ਮਾਈਨਸ y ਹੋਵੇਗੀ ਅਤੇ ਫਿਰ ਸਾਡੇ ਕੋਲ dy ਹੈ। ਇਸ ਲਈ ਇਹ 1 ਤੋਂ 2 ਦੇ ਇਕੁਅਲ ਬਰਾਬਰ ਹੈ। ਸਾਡੇ ਕੋਲ y ਬਾਏ 2 ਹਨ ਅਤੇ ਫਿਰ x ਸਕੁਏਰ ਇਸ ਲਈ 2 ਮਾਈਨਸ y ਸਕੁਏਰ ਫਿਰ ਮਾਈਨਸ 0 ਇਸ ਲਈ ਸਾਡੇ ਕੋਲ ਇਹ dy ਹੈ। ਇਸ ਲਈ 1 ਬਾਏ 2 ਅਤੇ ਇਹ 1 ਤੋਂ 2 y ਨੂੰ ਇੱਥੇ ਗੁਣਾ ਕਰਨਾ ਪਵੇਗਾ ਤਾਂ ਇਹ 4 ਇਨਟੂ y ਮਿਲੇਗਾ ਅਤੇ ਫਿਰ ਮਾਈਨਸ ਇੱਥੋਂ 4 ਟਾਈਮ y ਅਤੇ ਫਿਰ ਇਹ y ਸਕੁਏਰ ਹੋਵੇਗਾ ਅਤੇ ਫਿਰ ਉਹ y ਸਕੁਏਰ ਟਰਮ ਹੋਣਗੇ ਅਤੇ ਪਲੱਸ ਇਹ y ਕਿਊਬ ਅਤੇ ਫਿਰ ਸਾਡੇ ਕੋਲ dy ਹੈ। ਇਸ ਲਈ ਹੁਣ ਅਸੀਂ ਇਸ 4y ਨੂੰ ਆਸਾਨੀ ਨਾਲ ਇੰਟੀਗਰੇਟ ਸਕਦੇ ਹਾਂ ਅਤੇ ਇਹ ਮਾਈਨਸ 4y ਸਕੁਏਰਡ ਹੈ ਅਤੇ ਫਿਰ ਸਾਡੇ ਕੋਲ ਇਹ y ਕਿਊਬਡ ਮਿਆਦ ਹੈ ਅਤੇ ਇਸ ਅੱਧੇ ਦੇ ਨਾਲ ਇਸ ਤਰ੍ਹਾਂ ਇਹ ਮੁਲਾਂਕਣ ਜਦੋਂ ਅਸੀਂ ਇਹ ਕਰਦੇ ਹਾਂ ਤਾਂ ਇਹ 5 ਬਾਏ 24 ਇਸ 5 ਬਾਏ 24 ਦਾ ਇੰਟੀਗਰਲ ਸਾਨੂੰ ਇੱਥੇ ਜੋੜਨ ਦੀ ਜ਼ਰੂਰਤ ਹੁੰਦੀ ਹੈ। ਇਹ 5 ਬਾਏ 24 ਜੇ ਅਸੀਂ ਇਸ ਨੂੰ ਜੋੜਦੇ ਹਾਂ ਤਾਂ ਇਹ 3 ਬਾਏ 8 ਬਣ ਜਾਵੇਗਾ। ਇਸ ਲਈ ਇਸ ਇੰਟੀਗਰਲ ਦੀ ਵੈਲਿਊ 3 ਬਾਏ 8 ਹੈ ਅਤੇ ਅਸੀਂ ਇੰਟੀਗਰੇਸ਼ਨ ਦੇ ਆਰਡਰ ਦੀ ਤਬਦੀਲੀ ਦੇ ਵਿਚਾਰ ਦੀ ਦੁਬਾਰਾ ਵਰਤੋਂ ਕੀਤੀ ਹੈ ਜੋ ਅਸਲ ਵਿੱਚ ਇਸ ਮਾਮਲੇ ਵਿੱਚ ਜ਼ਰੂਰੀ ਨਹੀਂ ਸੀ। ਇਸ ਵਿੱਚ ਇੰਟੀਗਰੇਸ਼ਨ ਦੇ ਆਰਡਰ ਨੂੰ ਬਦਲਣ ਨਾਲ ਇੰਟੀਗਰਲ ਵਧੇਰੇ ਗੁੰਝਲਦਾਰ ਹੋ ਗਿਆ ਹੈ ਕਿਉਂਕਿ ਸਾਨੂੰ ਹੁਣ ਦੋ ਡੋਮੇਨਾਂ ਤੇ ਕੰਸੀਡਰ ਕਰਨਾ ਪਏਗਾ, ਇੱਕ y ਤੋਂ 1 ਸੀ ਅਤੇ ਦੂਜਾ ਤੋਂ ਸੀ 1 ਤੋਂ 2। ਇਸ ਲਈ ਇਸ ਖਾਸ ਸਥਿਤੀ ਵਿੱਚ ਆਰਡਰ ਨੂੰ ਬਦਲਣਾ ਬਿਲਕੁਲ ਜ਼ਰੂਰੀ ਨਹੀਂ ਸੀ। ਅਸਲ ਵਿੱਚ ਸਿੱਧਾ ਮੁਲਾਂਕਣ ਸੌਖਾ ਹੁੰਦਾ ਪਰ ਇੱਥੇ ਉਦੇਸ਼ ਸਿੱਖਣਾ ਸੀ ਕਿ ਇੰਟੀਗਰੇਸ਼ਨ ਦੇ ਆਰਡਰ ਨੂੰ ਕਿਵੇਂ ਬਦਲਣਾ ਹੈ। ਹੁਣ ਇਹ ਸਮੱਸਿਆ ਨੰਬਰ 2 ਹੈ ਜਿੱਥੇ ਅਸੀਂ ਦੁਬਾਰਾ ਇੰਟੀਗਰੇਸ਼ਨ ਦੇ ਆਰਡਰ ਨੂੰ ਬਦਲਾਂਗੇ ਅਤੇ ਮੁਲਾਂਕਣ ਕਰਾਂਗੇ ਅਤੇ ਸੱਚਮੁੱਚ ਇਸ ਸਥਿਤੀ ਵਿੱਚ ਇੰਟੀਗਰੇਸ਼ਨ ਦੇ ਆਰਡਰ ਵਿੱਚ ਤਬਦੀਲੀ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਇਸ ਇੰਟੀਗਰੈਂਡ ਨੂੰ ਸਿਰਫ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਪਹਿਲਾਂ ਵਿਚਾਰਿਆ ਹੈ ਤਾਂ x ਦੇ ਸੰਬੰਧ ਵਿੱਚ ਏਕੀਕਰਨ ਕਰਨਾ ਬਹੁਤ ਗੁੰਝਲਦਾਰ ਹੈ। ਪਰ ਜੇ ਅਸੀਂ ਆਰਡਰ ਨੂੰ ਬਦਲਦੇ ਹਾਂ ਤਾਂ ਇੱਥੇ ਪਹਿਲਾਂ dy ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਏਕੀਕਰਨ ਹੋਵੇਗਾ ਅਤੇ ਉਸ ਸਥਿਤੀ ਵਿੱਚ ਸਾਡੇ ਕੋਲ ਆਰਡਰ ਬਦਲ ਕੇ ਸਿਰਫ ਇਹ y ਹੈ। ਅਸੀਂ ਵੇਖ ਸਕਦੇ ਹਾਂ ਸਿੱਧਾ ਇੰਟੀਗਰੈਂਡ ਤੇ ਵੇਖਦੇ ਹੋਏ ਕਿ ਅਸੀਂ ਆਸਾਨੀ ਨਾਲ y ਅਤੇ ਦਿੱਤੇ ਗਏ ਇੰਟੀਗਰੈਂਡ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇਹਨੂੰ ਇੰਟੀਗਰੇਟ ਕਰ ਸਕਦੇ ਹਾਂ। ਇਸ ਲਈ ਆਰਡਰ ਨੂੰ ਬਦਲਣ ਲਈ ਸਾਨੂੰ ਹੁਣ ਇੰਟੀਗਰੇਸ਼ਨ ਦੇ ਇਸ ਆਰਡਰ ਜਾਂ ਇਸ ਇੰਟੀਗਰੇਸ਼ਨ ਦੇ ਡੋਮੇਨ ਨੂੰ ਇੱਥੇ ਖਿੱਚਣਾ ਪਵੇਗਾ। ਇਸ ਲਈ ਸਾਡੇ ਕੋਲ x ਧੁਰਾ ਹੈ ਜੋ ਸਾਡੇ ਇੱਥੇ y ਧੁਰਾ ਹੈ ਅਤੇ x 0 ਤੋਂ ਜਾਂਦਾ ਹੈ। ਇਸ ਲਈ x 0 ਤੋਂ ਇਸ ਪੁਆਇੰਟ ਤੋਂ ਗੋਜ਼ ਹੈ। ਇਸ ਲਈ ਇਹ x ਕੀ ਹੈ 1 ਮਾਈਨਸ ਸਕੁਏਰ ਰੂਟ 1 ਸਕੁਏਰ ਅਤੇ ਮਾਈਨਸ y ਸਕੁਏਰ ਦੇ ਇਕੁਅਲ ਬਰਾਬਰ ਹੈ। ਇਸ ਲਈ ਜੇ ਅਸੀਂ ਇਹ x ਮਾਈਨਸ a ਲਿਆਉਂਦੇ ਹਾਂ ਅਤੇ ਹੋਲ ਸਕੁਏਰ ਲੈਂਦੇ ਹਾਂ ਤਾਂ ਇਹ ba ਸਕੁਏਰ ਮਾਈਨਸ y ਸਕੁਏਰ ਹੋਵੇਗਾ ਅਤੇ ਇਸ ਦਾ ਅਰਥ ਹੈ ਕਿ ਇਹ x ਮਾਈਨਸ a ਸਕੁਏਰ ਹੈ ਅਤੇ ਪਲੱਸ ਇਹ y ਸਕੁਏਰ a ਸਕੁਏਰ ਦੇ ਇਕੁਅਲ ਬਰਾਬਰ ਹੈ। ਇਸ ਲਈ ਇਹ ਉਹ ਸਰਕਲ ਹੈ ਜਿਸ ਨੂੰ ਅਸੀਂ ਖਿੱਚ ਸਕਦੇ ਹਾਂ। ਹੁਣ ਪਹਿਲਾਂ ਤਾਂ x a ਦੇ ਇਕੁਅਲ ਬਰਾਬਰ ਹੈ, ਇਸ ਲਈ ਇਹ ਕੇਂਦਰ a ਅਤੇ 0 ਕੇਂਦਰ ਅਤੇ ਇਹ ਦੁਬਾਰਾ ਰੇਡੀਅਸ ਹੈ। ਇਸ ਲਈ ਇਹ ਇੱਥੇ ਕਿਤੇ ਹੋਣ ਜਾ ਰਿਹਾ ਹੈ। ਇਸ ਲਈ ਸਾਡੇ ਕੋਲ ਇਹ ਰੇਡੀਅਸ ਦਾ ਸਰਕਲ a ਹੈ ਅਤੇ ਹੁਣ ਜੇ ਅਸੀਂ x ਲਈ ਇੰਟੀਗਰਲ ਸੀਮਾਵਾਂ ਨੂੰ ਵੇਖਦੇ ਹਾਂ ਤਾਂ ਇਹ 0 ਤੋਂ ਸਰਕਲ ਵੱਲ ਗੋਜ਼ ਹੈ। ਇਸ ਲਈ 0 ਤੋਂ ਸਰਕਲ ਅਤੇ
ਇਹ y ਦੀ ਦਿਸ਼ਾ ਵਿੱਚ। ਇਹ ਬਿਲਕੁਲ y ਵੱਲ ਜਾ ਰਿਹਾ ਹੈ ਜੋ ਕਿ ਸਰਕਲ ਦੇ ਰੇਡੀਅਸ a ਦੇ ਇਕੁਅਲ ਬਰਾਬਰ ਹੈ। ਇਸ ਲਈ ਇਹ ਛੋਟਾ ਰੀਜਨ ਜੋ ਇੱਥੇ ਦਾ ਆਰਡਰ ਹੈ ਉਹ ਇਸ ਇੰਟੀਗਰੇਸ਼ਨ ਦਾ ਰੀਜਨ ਹੈ। ਇਸ ਲਈ ਇਹ ਰੀਜਨ ਆਰਡਰ ਹੈ, ਇੰਟੀਗਰੇਸ਼ਨ ਦਾ ਰੀਜਨ ਹੈ ਇਹ d ਜੋ ਸਾਡੇ ਕੋਲ ਹੈ। ਹੁਣ ਵੇਖਣਾ ਹੈ ਕਿ ਅਸੀਂ ਇੰਟੀਗਰੇਸ਼ਨ ਦੇ ਆਰਡਰ ਨੂੰ ਕਦੋਂ ਬਦਲਦੇ ਹਾਂ। ਕੀ ਹੋਵੇਗਾ ਜੇ ਅਸੀਂ ਆਰਡਰ ਨੂੰ ਬਦਲਦੇ ਹਾਂ ਤਾਂ ਪਹਿਲਾਂ ਸਾਨੂੰ dy ਲਈ ਇਸੇ ਤਰ੍ਹਾਂ ਇੰਟੀਗਰਲ ਦੀਆਂ ਸੀਮਾਵਾਂ ਨਿਰਧਾਰਤ ਕਰਨੀਆਂ ਪੈਣਗੀਆਂ ਅਤੇ ਪਹਿਲਾਂ ਵਾਂਗ ਹੀ ਰਹੇਗੀ ਅਤੇ ਬਾਅਦ ਵਿੱਚ dx ਨਾਲ। ਇਸ ਲਈ y ਲਈ ਬਦਲਦੇ ਹੋਏ ਸਾਨੂੰ ਹੁਣ y ਧੁਰੇ ਦੇ ਪੈਰਲਲ ਇੱਕ ਲਾਈਨ ਖਿੱਚਣੀ ਪਵੇਗੀ ਅਤੇ ਵੇਖੋ ਕਿ ਇਹ ਡੋਮੇਨ ਵਿੱਚ ਕਿੱਥੇ ਦਾਖਲ ਹੁੰਦਾ ਹੈ ਅਤੇ ਜਿੱਥੇ ਇਹ ਡੋਮੇਨ ਇਸੇ ਤਰ੍ਹਾਂ y ਤੋਂ ਬਾਹਰ ਨਿਕਲਦਾ ਹੈ। ਹੁਣ ਇਹ ਕਿਸੇ ਵੀ ਪੁਆਇੰਟ ਤੇ ਪੂਰੇ ਡੋਮੇਨ ਨੂੰ ਕਵਰ ਕਰਨ ਲਈ ਸਰਕਲ ਰਾਹੀਂ ਇੱਥੇ ਦਾਖਲ ਹੋ ਰਿਹਾ ਹੈ। ਇਸ ਲਈ ਸਰਕਲ ਰਾਹੀਂ ਦਾਖਲ ਹੁੰਦੇ ਹੋਏ ਤਾਂ ਇੱਥੇ ਸਵਾਲ ਕੀ ਹੈ। ਇਸ ਲਈ ਇਹ y ਹੋਵੇਗਾ a ਸਕੁਏਅਰ ਅਤੇ -x - a ਹੋਲ ਸਕੁਏਅਰ y ਦੀ ਹੇਠਲੀ ਲਿਮਿਟ ਹੈ ਅਤੇ ਇਹ y ਤੋਂ ਮੌਜੂਦ ਹੈ ਜੋ a ਦੇ ਇਕੁਅਲ ਬਰਾਬਰ ਹੈ। ਇਸ ਲਈ ਇਹ y ਉੱਪਰਲੇ ਪੁਆਇੰਟ ਅਤੇ ਹੁਣ x ਦਿਸ਼ਾ ਲਈ ਦੇ ਇਕੁਅਲ ਬਰਾਬਰ ਹੈ। ਇਹ ਹੁਣ x ਤੋਂ 0 ਦੇ ਇਕੁਅਲ ਨਿਸ਼ਚਿਤ ਹੈ ਅਤੇ 2x a ਦੇ ਇਕੁਅਲ ਬਰਾਬਰ ਹੈ ਕਿਉਂਕਿ ਇਹ ਲਾਈਨਾਂ x ਤੋਂ ਚੱਲਦੀਆਂ ਹਨ ਜੋ 0 ਤੋਂ x ਤੋਂ a ਦੇ ਇਕੁਅਲ ਬਰਾਬਰ ਹਨ। ਇਸ ਲਈ ਇਹ ਇੰਟੀਗਰਲ ਦੀ ਬਾਹਰੀ ਲਿਮਿਟ ਹੈ। ਇਸ ਲਈ ਅਸੀਂ ਇੱਥੇ ਆਰਡਰ ਨੂੰ ਆਸਾਨੀ ਨਾਲ ਬਦਲ ਦਿੱਤਾ ਹੈ ਅਤੇ ਹੁਣ ਅੰਦਰਲਾ ਇੱਕ y ਤੋਂ a ਸਕੁਏਅਰ -x - a ਸਕੁਏਅਰ ਤੋਂ y a ਦੇ ਇਕੁਅਲ ਬਰਾਬਰ ਜਾਂਦਾ ਹੈ ਅਤੇ ਅੰਦਰੂਨੀ x ਤੋਂ ਗੋਜ਼ ਹੈ 0 ਦੇ ਇਕੁਅਲ ਬਰਾਬਰ ਹੁੰਦਾ ਹੈ ਤੋਂ x ਤੋਂ a ਦੇ ਇਕੁਅਲ ਬਰਾਬਰ ਹੈ। ਇਸ ਲਈ ਸਾਡੇ ਕੋਲ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਅੰਦਰੂਨੀ ਇੱਕ ਲਈ ਇਹ ਹੈ ਅਤੇ ਫਿਰ ਸਾਡੇ ਕੋਲ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਵੀ ਹੈ। ਇਸ ਲਈ ਹੁਣ ਅਸੀਂ ਅੰਦਰਲੇ ਹਿੱਸੇ ਨੂੰ ਆਸਾਨੀ ਨਾਲ ਇੰਟੀਗਰੇਟ ਸਕਦੇ ਹਾਂ। ਇਸ ਲਈ ਇਸ ਨੂੰ y ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਜੋੜਨਾ ਸਿਰਫ ਉੱਥੇ y ਸਕੁਏਅਰਡ ਹੋਵੇਗਾ। ਬਾਹਰੀ ਇੰਟੀਗਰਲ 0 ਤੋਂ a ਹੋਵੇਗਾ ਅਤੇ ਫਿਰ ਇੰਟੀਗਰੈਂਡ ਜੋ ਹੈ ਜੇ i y ਨੂੰ ਛੱਡਦਾ ਹੈ ਤਾਂ ਸਾਡੇ ਕੋਲ ln x + a ਅਤੇ ਫਿਰ ਇੱਥੇ x - a ਹੋਲ ਸਕੁਏਅਰ ਅਤੇ ਫਿਰ ਇਹ y ਸਕੁਏਅਰ ਬਾਏ 2 ਹੈ। ਇਸ ਲਈ ਲਿਮਿਟ ਹੁਣ y ਸਕੁਏਅਰ ਲਈ ਰੱਖਦੇ ਹਾਂ। ਇਸ ਲਈ ਸਾਡੇ ਕੋਲ 1 ਸਕੁਏਅਰ ਅਤੇ ਮਾਈਨਸ y ਸਕੁਏਅਰ ਹੈ ਜੋ ਕਿ 1 ਸਕੁਏਅਰ -x - a ਹੋਲ ਸਕੁਏਅਰ ਹੋਵੇਗਾ। ਇਸ ਲਈ 1 ਸਕੁਏਅਰ -a ਸਕੁਏਅਰ ਕੈਂਸਲ ਹੋ ਜਾਵੇਗਾ। ਫਿਰ ਸਾਡੇ ਕੋਲ x - a ਹੋਲ ਸਕੁਏਅਰ ਹੈ ਅਤੇ ਇਹ ਪੂਰਾ ਇਸ ਇੱਕ ਦੇ ਨਾਲ ਬਾਹਰ ਆ ਜਾਵੇਗਾ। ਇਸ ਲਈ ਸਾਡੇ ਕੋਲ ਅੱਧਾ x ln x + a ਅੱਧਾ x ln x + a ਹੈ ਅਤੇ ਇਹ ਬਿਲਕੁਲ ਇੰਟੀਗਰਲ ਅੰਦਰੂਨੀ ਇੰਟੀਗਰਲ ਦਾ ਨਤੀਜਾ ਹੈ ਅਤੇ ਹੁਣ ਅਸੀਂ ਇਸ ਬਾਹਰੀ ਇੰਟੀਗਰਲ ਦਾ ਮੁਲਾਂਕਣ ਵੀ ਕਰ ਸਕਦੇ ਹਾਂ। ਇਸ ਲਈ ਇਹ ਦੁਬਾਰਾ ਸੌਖਾ ਹੈ। ਇਸ ਲਈ ਸਾਨੂੰ ਇਸ ਇੰਟੀਗਰਲ ਦੇ ਵਿਚਾਰਾਂ ਨੂੰ ਹਿੱਸਿਆਂ ਦੁਆਰਾ ਨੂੰ ਲਾਗੂ ਕਰਨਾ ਪਏਗਾ। ਇਹ ਲਈ ਅਸੀਂ ਇਸ ਨੂੰ ਕਰਾਂਗੇ ਤਾਂ ਕਿ ਇੱਥੇ ਅੱਧਾ ਉਵੇਂ ਹੀ ਹੋਵੇ ਜਿਵੇਂ ਹੈ ਅਤੇ ਫਿਰ ਸਾਡੇ ਕੋਲ ਇੱਥੇ ਹੈ ਉਹ x ਜੋ ਕਿ 2 ਨਾਲ ਗੁਣਾ ਕਰਕੇ x ਸਕੁਏਅਰ ਬਣ ਜਾਵੇਗਾ ln x + a ਨੂੰ ਇੰਟੀਗਰੇਸ਼ਨ ਲਈ ਹਿੱਸੇ 0 ਤੋਂ a ਅਤੇ ਫਿਰ ਮਾਈਨਸ ਦੁਬਾਰਾ 0 ਤੋਂ a ਇਹ x ਦਾ ਇੰਟੀਗਰਲ x ਸਕੁਏਅਰ ਬਾਏ 2 ਬਣ ਜਾਵੇਗਾ ਅਤੇ ਫਿਰ ਇਸ ln x + a ਦਾ ਡਿਫਰੈਂਸ਼ੀਏਟ l ਹੋਵੇਗਾ x + a ਉੱਤੇ 1 ਫਿਰ ਸਾਡੇ ਕੋਲ a dx ਹੈ। ਇਸ ਲਈ ਅੱਧਾ ਅਤੇ ਫਿਰ ਉੱਪਰਲੀ ਲਿਮਿਟ x ਇਸ ਲਈ a ਸਕੁਏਅਰ ਬਾਏ 2 ਅਤੇ ln ਤੋਂ a -a 0 ਇਸ x ਦੇ ਕਾਰਨ ਅਤੇ ਫਿਰ ਸਾਡੇ ਕੋਲ ਅੱਧਾ ਅਤੇ ਇਸ 0 ਤੋਂ a ਤੱਕ ਮਾਈਨਸ ਸਾਈਨ ਹੈ। ਇਹ x ਸਕੁਏਅਰ ਇਸ ਲਈ i ਇੱਥੇ a - a ਸਕੁਏਅਰ ਅਤੇ ਫਿਰ ਪਲੱਸ a ਸਕੁਏਅਰ ਜੋੜਦਾ ਹਾਂ। ਇਸ ਲਈ ਇਹ x ਸਕੁਏਅਰ -a ਸਕੁਏਅਰ x - x ਪਲੱਸ ਹੋ ਜਾਏਗਾ। ਇਸ ਲਈ x + a ਕੈਂਸਲ ਹੋ ਜਾਵੇਗਾ। ਸਾਨੂੰ x - a ਅਤੇ ਫਿਰ ਉੱਥੇ ਪਲੱਸ a ਸਕੁਏਅਰ ਮਿਲੇਗਾ। ਇਸ ਲਈ ਇਹ x + a ਅਤੇ ਫਿਰ dx ਇਸ ਲਈ ਸਾਡੇ ਕੋਲ ਅੱਧਾ ਹੈ। ਇਹ ਪਹਿਲਾ ਮਿਆਦ ਹੈ। ਫਿਰ ਇਸ ਅੱਧੇ ਨੂੰ ਮਾਈਨਸ ਕਰੋ ਅਤੇ ਫਿਰ ਅਸੀਂ ਇਸ ਨੂੰ ਹੁਣ ਇੰਟੀਗਰੇਟ ਸਕਦੇ ਹਾਂ। ਇਸ ਲਈ x - a ਸਕੁਏਅਰ ਬਾਏ 2 ਅਤੇ ਉੱਪਰਲੀ ਲਿਮਿਟ 0 ਦੇਵੇਗੀ ਅਤੇ ਹੇਠਲੀ ਸੀਮਾ a ਸਕੁਏਅਰ ਬਾਏ 2 ਦੇਵੇਗਾ। ਇਸ ਲਈ ਇੱਥੇ ਸਾਡੇ ਕੋਲ ਸਕੁਏਅਰ ਹੈ ਅਤੇ ਇਹ ln x + a
ਹੋਵੇਗਾ ਅਤੇ ਇਸ ਹਿੱਸੇ ਲਈ ਲਿਮਿਟ 0 ਤੋਂ a ਹੋਵੇਗੀ। ਤਾਂ ਜੋ ਅਸੀਂ ਪ੍ਰਾਪਤ ਕਰਦੇ ਹਾਂ ਪਹਿਲਾ ਮਿਆਦ ਦਾ ਅੱਧਾ ਜੋ ਕਿ a ਸਕੁਏਅਰ ਬਾਏ 2 ਅਤੇ ln 2a ਹੁੰਦਾ ਹੈ ਅਤੇ ਸਾਡੇ ਕੋਲ ਇੱਥੇ ਮਾਈਨਸ ਪਲੱਸ a ਸਕੁਏਅਰ ਬਾਏ 4 ਹੁੰਦਾ ਹੈ। ਅਤੇ ਫਿਰ ਇੱਥੇ a ਸਕੁਏਅਰ ਮਾਈਨਸ ਅੱਧਾ ਮਿਆਦ a ਸਕੁਏਅਰ ਦੇ ਨਾਲ ਅਤੇ ln 2a ਅਤੇ ਫਿਰ 0 ਹੈ ਤਾਂ a ਪਲੱਸ ਅੱਧਾ ਅਤੇ ਫਿਰ a ਸਕੁਏਅਰ ਅਤੇ ln a ਹੋਵੇਗਾ। ਇਸ ਲਈ a ਸਕੁਏਅਰ ਬਾਏ 2 ln 2a ਨਾਲ ਕੈਂਸਲ ਹੋ ਜਾਵੇਗਾ ਅਤੇ ਇਸ ਮਿਆਦ ਦਾ a ਸਕੁਏਅਰ ਬਾਏ 4 ਅਤੇ a ਸਕੁਏਅਰ 2 ਨਾਲ ਇੱਥੇ ਹੋਵੇਗਾ। ਇਸ ਲਈ 1 ਸਕੁਏਅਰ ਬਾਏ 4 ਅਸੀਂ ਕਾਮਨ ਲੈ ਸਕਦੇ ਹਾਂ ਤਾਂ ਇਹ a ਸਕੁਏਅਰ ਬਾਏ 8 ਬਣ ਜਾਵੇਗਾ ਅਤੇ ਹੋਵੇਗਾ ਇਹ 1 ਪਲੱਸ 2 ਟਾਈਮਸ ln a ਹੈ ਜੋ ਜਵਾਬ ਹੋਵੇਗਾ। ਇਸ ਲਈ a ਸਕੁਏਅਰ ਬਾਏ 8 ਹੋਵੇਗਾ ਅਤੇ ਇਹ 1 ਪਲੱਸ 2 ਟਾਈਮਸ ln a ਜੋ ਇਸ ਇੰਟੀਗਰਲ ਦੀ ਵੈਲਿਊ ਹੈ। ਹੁਣ ਇਸ ਸਮੱਸਿਆ ਅਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣਾ ਚਾਹੁੰਦੇ ਹਾਂ। ਇਸ ਲਈ ਇਸ ਮਾਮਲੇ ਵਿੱਚ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਦੁਬਾਰਾ ਬਦਲਣਾ ਆਓ ਜਲਦੀ ਨਾਲ ਰੀਜਨ ਨੂੰ ਖਿੱਚੀਏ ਅਤੇ ਸਾਡੇ ਕੋਲ ਇੱਥੇ ax ਹੈ ਅਤੇ ਸਾਡੇ ਕੋਲ y ਵੀ ਹੈ। ਇਸ ਲਈ y x ਤੋਂ y ਤੇ ਗੋਜ਼ ਹੈ ਸਕੁਏਅਰ ਰੂਟ x ਦੇ ਇਕੁਅਲ ਬਰਾਬਰ ਹੁੰਦਾ ਹੈ ਜੋ ਕਿ y ਸਕੁਏਅਰ ਹੈ x ਦੇ ਇਕੁਅਲ ਬਰਾਬਰ ਹੁੰਦਾ ਹੈ। ਇਸ ਲਈ ਸਾਡੇ ਕੋਲ ਪੈਰਾਬੋਲਾ ਹੈ। ਸਾਡੇ ਕੋਲ ਇੱਥੇ ਇਹ ਲਾਈਨ ਹੈ ਇਸ ਲਈ y x ਲਾਈਨ y ਦੇ ਇਕੁਅਲ ਬਰਾਬਰ ਹੈ x ਲਾਈਨ ਤੱਕ ਅਤੇ ਸਾਡੇ ਕੋਲ ਇਹ y ਹੈ y ਸਕੁਏਅਰ ਦੇ ਇਕੁਅਲ ਬਰਾਬਰ ਹੈ x ਪੈਰਾਬੋਲਾ ਦੇ ਇਕੁਅਲ ਬਰਾਬਰ ਹੈ। ਇਸ ਲਈ ਉਹ ਸਭ ਤੋਂ ਪਹਿਲਾਂ x ਇੰਟਰਸੈਕਟ ਹੋਣਗੇ ਜੋ ਸਕੁਏਅਰ ਮਾਈਨਸ x 0 ਦੇ ਇਕੁਅਲ ਬਰਾਬਰ ਹੈ। ਇਸ ਲਈ x ਅਤੇ x ਮਾਈਨਸ 1 ਤਾਂ x ਉਹਨਾਂ ਦੇ ਇਕੁਅਲ ਬਰਾਬਰ ਹੈ ਜਿਨ੍ਹਾਂ ਵਿੱਚ ਉਹ ਦਿਲਚਸਪੀ ਲੈਣਗੇ। ਇਸ ਲਈ ਇਸ ਪੈਰਾਬੋਲਾ ਵਿੱਚ ਇਹ ਹੋਵੇਗਾ। ਇਸ ਲਈ ਇਹ y ਸਕੁਏਅਰ x ਦੇ ਇਕੁਅਲ ਬਰਾਬਰ ਹੈ ਅਤੇ ਹੁਣ ਜੇ ਤੁਸੀਂ ਇਸ ਵੱਲ ਵੇਖਦੇ ਹੋ ਤਾਂ ਇਹ y ਲਾਈਨ ਤੋਂ ਪੈਰਾਬੋਲਾ ਗੋਜ਼ ਵੱਲ ਹੈ। ਇਸ ਲਈ ਇਹ ਇੰਟੀਗ੍ਰੇਸ਼ਨ ਦਾ ਦਿੱਤਾ ਗਿਆ ਆਰਡਰ ਸੀ ਅਤੇ ਹੁਣ ਅਸੀਂ ਆਰਡਰ ਨੂੰ ਬਦਲਣਾ ਚਾਹੁੰਦੇ ਹਾਂ। ਇਸ ਲਈ ਸਾਡੇ ਕੋਲ ਹੁਣ ਜੋ ਹੋਵੇਗਾ ਉਹ ਹੈ f(x, y). ਸਾਡੇ ਕੋਲ dx ਅਤੇ dy ਹਨ। ਇਸ ਲਈ ਅਸੀਂ ਪਹਿਲਾਂ x ਦੀ ਲਿਮਿਟ ਨੂੰ ਤੈਅ ਕਰਾਂਗੇ। ਇਸ ਲਈ ਸਾਨੂੰ ਇੱਥੇ x ਦੇ ਪੈਰਲਲ ਦੀ ਦਿਸ਼ਾ ਵਿੱਚ ਇਹ ਲਾਈਨ ਖਿੱਚਣ ਦੀ ਜ਼ਰੂਰਤ ਹੈ ਅਤੇ ਅਸੀਂ ਉੱਥੇ ਵੇਖਾਂਗੇ ਕਿ ਇਹ ਡੋਮੇਨ ਵਿੱਚ ਕਿੱਥੇ ਦਾਖਲ ਹੁੰਦਾ ਹੈ ਅਤੇ ਕਿੱਥੇ ਇਹ ਡੋਮੇਨ ਤੋਂ ਬਾਹਰ ਨਿਕਲਦਾ ਹੈ। ਇਸ ਲਈ ਇੱਥੇ ਐਂਟਰੀ ਪੁਆਇੰਟ ਦੁਬਾਰਾ ਪੈਰਾਬੋਲਾ ਹੈ। ਇਸ ਲਈ x ਲਿਮਿਟ ਹੈ y ਸਕੁਏਅਰ ਤੋਂ ਲੈ ਕੇ ਅਤੇ ਇਹ ਡੋਮੇਨ ਨੂੰ ਬਿਲਕੁਲ x ਤੇ y ਦੇ ਇਕੁਅਲ ਬਰਾਬਰ ਛੱਡ ਰਿਹਾ ਹੈ। ਇਸ ਲਈ ਇੱਥੇ x y ਦੇ ਇਕੁਅਲ ਬਰਾਬਰ ਹੈ ਅਤੇ ਇਸ ਲਈ ਦਿਸ਼ਾ ਵਿੱਚ ਇਹ ਇੱਕ ਪੁਆਇੰਟ ਸੀ ਅਤੇ ਇਸ y ਦੀ ਦਿਸ਼ਾ ਵਿੱਚ ਹੁਣ ਇਸ ਤਰ੍ਹਾਂ ਦੀਆਂ ਲਾਈਨਾਂ y ਤੋਂ 0 ਦੇ ਇਕੁਅਲ ਬਰਾਬਰ y ਤੋਂ 1 ਦੇ ਇਕੁਅਲ ਅੱਗੇ ਵਧ ਰਹੀਆਂ ਹਨ ਤਾਂ ਜੋ ਇੰਟੀਗ੍ਰੇਸ਼ਨ ਦੇ ਆਰਡਰ ਵਿੱਚ ਤਬਦੀਲੀ ਹੋਵੇ। ਇਸ ਲਈ y ਦੀਆਂ ਸੀਮਾਵਾਂ 0 ਤੋਂ 1 ਹੋਣਗੀਆਂ ਅਤੇ x ਦੀ ਲਿਮਿਟ y ਸਕੁਏਅਰ 2 y ਅਤੇ ਫਿਰ f(x, y) dy ਹੋਵੇਗੀ। ਇਸ ਲਈ ਇੱਕ ਹੋਰ ਉਦਾਹਰਣ ਜੋ ਕਿ ਇਸ ਲੈਕਚਰ ਦੀ ਆਖਰੀ ਉਦਾਹਰਣ ਹੈ। ਇਸ ਲਈ ਹੁਣ ਅਸੀਂ ਦੁਬਾਰਾ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣਾ ਚਾਹੁੰਦੇ ਹਾਂ ਅਤੇ y ਲਈ ਸਾਡੀਆਂ ਲਿਮਿਟਸ x ਸਕੁਏਅਰ ਤੋਂ ਬਾਏ 4a ਤੋਂ 3a x ਤੱਕ ਗੋਜ਼ ਹੈ। ਇਸ ਲਈ ਦੁਬਾਰਾ ਸਾਨੂੰ ਇਸ ਰੀਜਨ ਨੂੰ ਖਿੱਚਣ ਇਸ ਲਈ x ਧੁਰਾ ਬਣਾਉਣ ਦੀ ਜ਼ਰੂਰਤ ਹੈ ਅਤੇ ਫਿਰ ਸਾਡੇ ਕੋਲ y ਧੁਰਾ ਹੈ। a y x ਸਕੁਏਅਰ ਤੋਂ 4a ਉੱਤੇ ਗੋਜ਼ ਹੈ ਜਾਂ ਇਹ x ਸਕੁਏਅਰ 4a y ਦੇ ਇਕੁਅਲ ਬਰਾਬਰ ਹੁੰਦਾ ਹੈ ਅਤੇ ਫਿਰ ਸਾਡੇ ਕੋਲ y ਉੱਥੇ ਉੱਪਰਲੀ ਲਿਮਿਟ 3a x ਹੁੰਦੀ ਹੈ। ਇਸ ਲਈ ਇਹ ਇੱਥੇ ਲਾਈਨ ਹੈ। ਇਸ ਲਈ ਆਓ ਪਹਿਲਾਂ ਇਸ ਲਾਈਨ ਨੂੰ ਖਿੱਚੀਏ ਅਤੇ ਇਹ x 0 ਹੋਵੇਗੀ। ਇਸ ਲਈ ਸਾਡੇ ਕੋਲ ਇੱਥੇ 3a ਪੁਆਇੰਟ ਹਨ y 3a ਪੁਆਇੰਟ ਦੇ ਇਕੁਅਲ ਬਰਾਬਰ ਹੈ ਅਤੇ ਜਦੋਂ y 0 ਹੈ ਤਾਂ x 3a ਹੈ। ਇਸ ਲਈ ਇੱਥੇ x 3a ਦੇ ਇਕੁਅਲ ਬਰਾਬਰ ਹੈ। ਇਸ ਲਈ ਇਹ ਲਾਈਨ ਹੈ ਅਤੇ ਹੁਣ ਸਾਡੇ ਕੋਲ ਇਹ x ਸਕੁਏਅਰ 4a y ਦੇ ਇਕੁਅਲ ਬਰਾਬਰ ਹੈ। ਇਸ ਲਈ ਪੈਰਾਬੋਲਾ x ਸਕੁਏਅਰ 4a y ਦੇ ਇਕੁਅਲ ਬਰਾਬਰ ਹੈ। ਇਸ ਲਈ ਹੁਣ ਇੱਥੇ ਜੇ ਅਸੀਂ y ਦੀ ਲਿਮਿਟਸ ਨੂੰ ਵੇਖਦੇ ਹਾਂ ਤਾਂ y ਪੈਰਾਬੋਲਾ
ਤੋਂ ਲਾਈਨ ਤੱਕ ਗੋਜ਼ ਹੈ। ਇਸ ਲਈ ਇਹ y ਲਈ ਪੈਰਾਬੋਲਾ ਤੋਂ ਲਾਈਨ ਤੱਕ ਦੀ ਦਿਸ਼ਾ ਹੈ ਅਤੇ ਹੁਣ ਅਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣਾ ਚਾਹੁੰਦੇ ਹਾਂ ਜਿਸ ਦਾ ਅਰਥ ਹੈ x ਦੀ ਦਿਸ਼ਾ ਵਿੱਚ ਸਾਨੂੰ x ਤੁਰੇ ਦੇ ਪੈਰਲਲ ਇਹ ਲਾਈਨ ਬਣਾਉਣੀ ਪਵੇਗੀ ਅਤੇ ਦੁਬਾਰਾ ਸਾਡੇ ਕੋਲ ਉਹ ਸਥਿਤੀ ਹੈ ਜਿਸ ਬਾਰੇ ਅਸੀਂ ਪਹਿਲਾਂ ਚਰਚਾ ਕੀਤੀ ਸੀ ਕਿ ਉਹ ਇੱਥੇ ਇਸ ਸਮੱਸਿਆ ਦੇ ਕਾਰਨ ਦੋ ਡੋਮੇਨ ਹੋਣਗੇ। ਇਸ ਲਾਈਨ ਤੋਂ ਪਹਿਲਾਂ ਇਸ ਲਈ ਇੱਥੇ ਹੇਠਲੇ ਡੋਮੇਨ ਵਿੱਚ ਇਹ ਡੋਮੇਨ ਸਾਡੇ ਕੋਲ x ਤੇ ਐਂਟਰੀ ਪੁਆਇੰਟ ਬਿਲਕੁਲ 0 ਦੇ ਇਕੁਅਲ ਬਰਾਬਰ x ਤੇ ਹੈ ਪਰ ਬਾਹਰ ਨਿਕਲਣਾ ਪੈਰਾਬੋਲਾ ਹੈ ਅਤੇ ਇੱਥੇ ਇਸ ਡੋਮੇਨ ਦੇ ਉੱਪਰਲੇ ਹਿੱਸੇ ਵਿੱਚ ਹੈ। ਸਾਡੇ ਕੋਲ ਐਂਟਰੀ ਪੁਆਇੰਟ ਹੈ ਇਹ x 0 ਦੇ ਇਕੁਅਲ ਬਰਾਬਰ ਹੈ ਪਰ ਐਗਜ਼ਿਟ ਪੁਆਇੰਟ ਦੁਬਾਰਾ ਇਹ ਲਾਈਨ ਹੈ। ਇਸ ਲਈ ਦੋ ਵੱਖਰੇ ਖੇਤਰ ਹਨ ਜਿਨ੍ਹਾਂ ਬਾਰੇ ਸਾਨੂੰ ਹੁਣ ਕੰਸੀਡਰ ਕਰਨਾ ਪਏਗਾ ਜੇ ਅਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣਾ ਚਾਹੁੰਦੇ ਹਾਂ। ਇਸ ਲਈ ਇਸ ਪਹਿਲਾ ਭਾਗ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੁਣ dx dy ਚਾਹੁੰਦੇ ਹਾਂ। ਇਸ ਲਈ ਇਸ x ਲਈ ਇੱਥੇ x 0 ਤੋਂ ਗੋਜ਼ ਹੈ x 0 ਤੋਂ ਗੋਜ਼ ਹੈ ਅਤੇ ਇਸ ਪੈਰਾਬੋਲਾ ਦੇ ਲਈ ਜੋ ਸਕੁਏਅਰ ਰੂਟ ਹੈ ਇਹ 4ay ਜਾਂ ਸਕੁਏਅਰ 2 ਸਕੁਏਅਰ ਰੂਟ ay ਅਤੇ ਫਿਰ ਇਸ ਸਥਿਤੀ ਵਿੱਚ ਸਾਨੂੰ ਇਹ ਵੀ ਵੇਖਣਾ ਪਏਗਾ ਕਿ ਇਹ ਪੁਆਇੰਟ ਇੱਥੇ ਕੀ ਹੈ ਜੋ ਵਿੱਚ 2a ਇਨਟੂ 0 ਆਵੇਗਾ ਤਾਂ 2a ਇਨਟੂ a। ਇਸ ਲਈ ਇਸ xy ਤੱਕ ਜੋ a 0 ਦੇ ਇਕੁਅਲ ਬਰਾਬਰ ਤੋਂ a ਅਤੇ ਫਿਰ ਪਲੱਸ a ਤੋਂ 3a y a ਤੋਂ 3a ਦੇ ਇਕੁਅਲ ਬਰਾਬਰ ਹੈ। ਹੁਣ ਇਸ x ਦੀ ਰੇਂਜ ਲਈ ਇਹ ਲਾਈਨ ਉਸ ਲਾਈਨ ਤੇ ਹੈ ਇਸ ਲਈ ਇੱਥੇ x ਦੁਬਾਰਾ 0 ਤੋਂ ਗੋਜ਼ ਹੈ ਅਤੇ ਇਸ ਲਾਈਨ ਤੇ ਜੋ y ਸੀ 3 a x ਦੇ ਇਕੁਅਲ ਬਰਾਬਰ ਹੁੰਦੀ ਹੈ। ਇਸ ਦਾ ਮਤਲਬ ਹੈ ਕਿ x ਇੱਥੇ 3a y ਹੈ ਅਤੇ ਫਿਰ ਸਾਡੇ ਕੋਲ ਇਹ fxy ਹੈ ਅਤੇ dx ਅਤੇ dy। ਇਸ ਲਈ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣ ਦਾ ਇਹ ਆਰਡਰ ਹੈ ਕਿ ਸਾਨੂੰ ਇਹ ਦੋ ਇੰਟੀਗਰਲ ਪ੍ਰਾਪਤ ਹੋਏ ਕਿਉਂਕਿ ਸਾਨੂੰ ਹੁਣ ਡੋਮੇਨ ਨੂੰ ਦੋ ਹਿੱਸਿਆਂ ਵਿੱਚ ਡਿਵਾਈਡ ਦੀ ਜ਼ਰੂਰਤ ਹੈ ਕਿਉਂਕਿ ਇਸ x ਤੁਰੇ ਦੇ ਪੈਰਲਲ ਲਾਈਨ ਇੱਕ ਕਰਵ ਤੋਂ ਦੂਜੇ ਕਰਵ ਤੱਕ ਨਹੀਂ ਚੱਲ ਰਹੀ ਸੀ ਪਰ ਇਸ ਹੇਠਲੇ ਡੋਮੇਨ ਵਿੱਚ ਸਾਡੇ ਕੋਲ ਇਸ x ਤੋਂ ਇਸ ਪੈਰਾਬੋਲਾ ਦੇ 0 ਦੇ ਇਕੁਅਲ ਬਰਾਬਰ ਹੈ ਜਦੋਂ ਕਿ ਉੱਪਰਲੇ ਡੋਮੇਨ ਵਿੱਚ ਜਦੋਂ y a ਤੋਂ ਵੱਡਾ ਹੈ। ਫਿਰ ਸਾਡੇ ਕੋਲ ਇਹ ਸਥਿਤੀ ਹੈ ਕਿ ਇਹ ਦੁਬਾਰਾ x ਤੇ ਦਾਖਲ ਹੋ ਰਿਹਾ ਹੈ 0 ਦੇ ਇਕੁਅਲ ਬਰਾਬਰ ਹੈ ਪਰ ਇਹ ਹੁਣ ਇਸ ਲਾਈਨ ਤੋਂ ਬਾਹਰ ਆ ਜਾਵੇਗਾ y 3a x ਦੇ ਇਕੁਅਲ ਬਰਾਬਰ ਹੈ ਅਤੇ ਸਾਡਾ ਇੰਟੀਗਰਲ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਕਾਰਨ ਇਸ ਲਈ ਇਹ ਉਹ ਨਤੀਜਾ ਹੈ ਜੋ ਅਸੀਂ ਪਹਿਲਾਂ ਹੀ a ਤੋਂ 3a ਅਤੇ 0 ਤੋਂ 3a y ਤੱਕ ਲਿਖਿਆ ਹੈ। ਇਸ ਲਈ ਇਸ ਕਨਕਲੂਜ਼ਨ ਤੇ ਪਹੁੰਚਣਾ ਕਿ ਕੀ ਮਹੱਤਵਪੂਰਨ ਹੈ ਜਦੋਂ ਅਸੀਂ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਦੇ ਹਾਂ। ਸਭ ਤੋਂ ਪਹਿਲਾਂ ਇਹ ਬਹੁਤ ਸਾਰੀਆਂ ਸਥਿਤੀਆਂ ਵਿੱਚ ਬਹੁਤ ਉਪਯੋਗੀ ਬਹੁਤ ਸੁਵਿਧਾਜਨਕ ਹੁੰਦਾ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਦਿੱਤੇ ਗਏ ਇੰਟੀਗਰੈਂਡ ਨੂੰ ਉਸ ਦਿੱਤੇ ਆਰਡਰ ਵਿੱਚ ਇੰਟੀਗ੍ਰੇਟ ਕਰਨਾ ਸੰਭਵ ਨਹੀਂ ਹੈ। ਇਸ ਲਈ ਇੰਟੀਗ੍ਰੇਸ਼ਨ ਦੇ ਆਰਡਰ ਨੂੰ ਬਦਲਣ ਨਾਲ ਇੰਟੀਗ੍ਰੇਟ ਕਰਨਾ ਸੌਖਾ ਹੋ ਜਾਂਦਾ ਹੈ ਪਰ ਇਸ ਦੇ ਲਈ ਇੰਟੀਗ੍ਰੇਸ਼ਨ ਦੇ ਰੀਜਨ ਦੀ ਸਕੈਚਿੰਗ ਬਹੁਤ ਮਹੱਤਵਪੂਰਨ ਹੈ ਅਤੇ ਫਿਰ ਡੋਮੇਨ ਨੂੰ ਸਕੈਚ ਕਰਨ ਤੋਂ ਬਾਅਦ ਇੰਟੀਗ੍ਰੇਸ਼ਨ ਦੀ ਲਿਮਿਟ ਰੱਖਣਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਲਈ ਇਹ ਉਹ ਹਵਾਲੇ ਹਨ ਜੋ ਅਸੀਂ ਭਾਸ਼ਣ ਤਿਆਰ ਕਰਨ ਲਈ ਵਰਤੇ ਹਨ ਅਤੇ ਤੁਹਾਡਾ ਬਹੁਤ ਧੰਨਵਾਦ।